ਨਾਲ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਅਰਸ਼ਦੀਪ ਸੰਧੂ। ਸ਼ੁਰੂਆਤ ਕਰਦੇ ਹਾਂ ਇੱਕ ਵੱਡੀ ਖਬਰ ਤੋਂ। ਪੰਜਾਬ ਦੇ ਵਿੱਚ ਈਡੀ ਦਾ ਵੱਡਾ ਐਕਸ਼ਨ ਵੇਖਣ ਨੂੰ ਮਿਲਿਆ। ਪੰਜਾਬ 'ਚ 8 ਥਾਵਾਂ ਤੇ ਈਡੀ ਨੇ ਛਾਪੇਮਾਰੀ ਕੀਤੀ ਹੈ। ਐਨਫੋਰਸਮੈਂਟ ਡਾਇਰੈਕਟੋਰੇਟ ਦੀ ਛਾਪੇਮਾਰੀ ਹੋਈ ਹੈ। ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਕੁਝ ਠੇਕੇਦਾਰਾਂ ਖਿਲਾਫ ਇਹ ਛਾਪੇਮਾਰੀ ਹੋਈ ਹੈ। ਫਾਸਟਵੇ ਗਰੁੱਪ ਦੇ ਮਾਲਕ ਗੁਰਦੀਪ ਸਿੰਘ ਦੇ ਟਿਕਾਣਿਆਂ ਤੇ ਵੀ ਛਾਪਾ ਮਾਰਿਆ ਗਿਆ ਹੈ। ਸੁਰਿੰਦਰ ਪਹਿਲਵਾਨ ਖਿਲਾਫ ਵੀ ਐਕਸ਼ਨ ਹੋਇਆ। ਈਡੀ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ। 8 ਥਾਵਾਂ ਦੇ ਉੱਤੇ ਛਾਪੇਮਾਰੀ ਕੀਤੀ ਗਈ ਹੈ। ਐਨਫੋਰਸਮੈਂਟ ਡਾਇਰੈਕਟੋਰੇਟ ਦੇ ਵੱਲੋਂ 8 ਥਾਵਾਂ ਤੇ ਪੰਜਾਬ 'ਚ ਛਾਪੇਮਾਰੀ ਕੀਤੀ ਗਈ ਹੈ। ਭ੍ਰਿਸ਼ਟਾਚਾਰ ਦੇ ਖਿਲਾਫ ਇਸ ਨੂੰ ਵੱਡਾ ਐਕਸ਼ਨ ਮੰਨਿਆ ਜਾ ਸਕਦਾ ਹੈ। ਫਾਸਟਵੇ ਦੇ ਮਾਲਕ ਗੁਰਦੀਪ ਸਿੰਘ ਦੇ ਖਿਲਾਫ ਵੀ ਛਾਪੇਮਾਰੀ ਹੋਈ ਹੈ। ਸੁਰਿੰਦਰ ਪਹਿਲਵਾਨ ਖਿਲਾਫ ਵੀ ਐਕਸ਼ਨ ਹੋਇਆ। ਐਨਫੋਰਸਮੈਂਟ ਡਾਇਰੈਕਟੋਰੇਟ ਦੀ ਵੱਡੀ ਕਾਰਵਾਈ ਇਸ ਵੇਲੇ ਦੀ ਵੱਡੀ ਖਬਰ ਹੈ। ਈਡੀ ਦੇ ਵੱਲੋਂ 8 ਥਾਵਾਂ ਤੇ ਛਾਪੇਮਾਰੀ ਕੀਤੀ ਗਈ ਹੈ। 8 ਥਾਵਾਂ ਤੇ ਛਾਪੇਮਾਰੀ ਪੰਜਾਬ ਦੇ ਵਿੱਚ ਈਡੀ ਦਾ ਹੁਣ ਤੱਕ ਦਾ ਰੀਸੈਂਟ ਟਾਈਮਸ ਦੇ ਵਿੱਚ ਸਭ ਤੋਂ ਵੱਡਾ ਐਕਸ਼ਨ ਮੰਨਿਆ ਜਾ ਸਕਦਾ है। शंकर आनंद साडे सहयोगी दिल्ली तो जुड़े हुए ने। शंकर, क्या कुछ जानकारी है इस छापेमारी के बारे में? केंद्रीय जांच एजेंसी ईडी की टीम इस वक्त में 8 लोकेशन पर छापेमारी कर रही है। और अगर मामले की बात करें तो दरअसल ये मामला साल 2017 का है। साल 2017 में पंजाब की स्टेट विजिलेंस ब्यूरो के द्वारा एक एफआईआर दर्ज किया गया था, जिसमें कि कॉन्ट्रैक्ट देने के नाम पर किस तरह से फर्जीवाड़े को अंजाम दिया गया था। तो इस मामले में जब तफ्तीश की गई तो उसके बाद कई लोगों का नाम सामने आया था। इस मामले में पंजाब स्टेट ब्यूरो के द्वारा कुछ आरोपियों की गिरफ्तारी भी हुई थी और उसी केस को ईडी ने टेक ओवर किया। उसके बाद ईडी आज कार्रवाई कर रही है। और आज की अगर कार्रवाई की अगर बात करें तो सुरेंद्र पाल सिंह उर्फ पहलवान, जो ग्रेटर मोहाली में चीफ इंजीनियर रहे, उनके घर पे आज छापेमारी चल रही है। इसके साथ ही गुरदीप सिंह, जो फास्टवे ग्रुप से जुड़े हुए हैं, जुझार ग्रुप से जुड़े हुए हैं, उससे संबंधित जो लोकेशंस हैं वहां पे छापेमारी चल रही है। और जिस तरह से बकायदा गुरदीप सिंह की अगर बात करें तो गुरदीप सिंह का संबंध कुछ बड़े राजनीतिक हस्तियों के साथ में है। तो लेकिन किस तरह से राजनीतिक हस्तियों के साथ में संपर्क साध करके उसका कहीं दुरुपयोग तो नहीं किया गया, तो इस मामले की भी आगे तफ्तीश की जाएगी। इसके साथ ही अन्य दूसरे आरोपियों की अगर बात करें तो कई ऐसे आरोपी हैं जो कुछ राजनीतिक दल और कुछ राजनीतिक हस्तियों के साथ में जुड़ करके भ्रष्टाचार के मामलों को अंजाम देते रहे हैं। तो इन तमाम मामलों पर जो कनेक्शंस मिले हैं, जो इनपुट्स मिले हैं, उसी के आधार पर आज ईडी की टीम। जी शुक्रिया शंकर, फिलहाल पूरी जानकारी के लिए। तो ईडी का ਵੱਡਾ ਐਕਸ਼ਨ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਿਆ ਹੈ। ਫਾਸਟਵੇ ਗਰੁੱਪ ਦੇ ਮਾਲਕ ਗੁਰਦੀਪ ਸਿੰਘ ਤੇ ਛਾਪੇਮਾਰੀ, ਉਹਨਾਂ ਦੇ ਨਾਲ ਜੁੜੀਆਂ ਥਾਵਾਂ ਤੇ ਛਾਪੇਮਾਰੀ ਹੋ ਰਹੀ ਹੈ ਤੇ ਪਹਿਲਵਾਨ ਸੁਰਿੰਦਰ ਦੇ ਟਿਕਾਣਿਆਂ ਦੇ ਉੱਤੇ ਵੀ ਛਾਪੇਮਾਰੀ ਹੋ ਰਹੀ ਹੈ। ਭ੍ਰਿਸ਼ਟਾਚਾਰ ਦੇ ਮਾਮਲਿਆਂ ਦੇ ਵਿੱਚ ਛਾਪੇਮਾਰੀ ਹੋ ਰਹੀ ਹੈ। ਕੁੱਲ 8 ਥਾਵਾਂ ਦੇ ਉੱਤੇ ਈਡੀ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਪੰਜਾਬ ਦੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ। 8 ਥਾਵਾਂ ਤੇ ਈਡੀ ਦੇ ਵੱਲੋਂ ਇਸ ਵੇਲੇ ਛਾਪੇਮਾਰੀ ਕੀਤੀ ਜਾ ਰਹੀ ਹੈ। ਸ਼ੰਕਰ ਜਾਣਕਾਰੀ ਦੇ ਰਹੇ ਸਨ ਕਿ 2017 ਦਾ ਮਾਮਲਾ ਹੈ, ਭ੍ਰਿਸ਼ਟਾਚਾਰ ਦਾ ਮਾਮਲਾ ਹੈ। ਫਾਸਟਵੇ ਗਰੁੱਪ ਦੇ ਮਾਲਕ ਗੁਰਦੀਪ ਸਿੰਘ ਦੇ ਟਿਕਾਣਿਆਂ ਤੇ ਛਾਪੇਮਾਰੀ ਹੋ ਰਹੀ ਹੈ ਤੇ ਜਿਵੇਂ ਸ਼ੰਕਰ ਜਾਣਕਾਰੀ ਦੇ ਰਹੇ ਸਨ ਕਿ ਇਸ ਨੂੰ ਲੈ ਕੇ ਵੀ ਚਰਚਾ ਹੈ ਕਿ ਗੁਰਦੀਪ ਸਿੰਘ ਦੇ ਕੁਝ ਰਾਜਨੀਤਿਕ ਆਗੂਆਂ ਦੇ ਨਾਲ ਸੰਬੰਧ ਨੇ ਤੇ ਕੀ ਇਸ ਨੂੰ ਲੈ ਕੇ ਕੋਈ ਜਿਹੜੀ ਫਾਸਟਵੇ ਗਰੁੱਪ ਦਾ ਜਾਂ ਜਿਹੜੇ ਉਹਨਾਂ ਦੇ ਕੀ ਇਸ ਦਾ ਦੁਰਉਪਯੋਗ ਤਾਂ ਨਹੀਂ ਕੀਤਾ ਗਿਆ, ਫਾਸਟਵੇ ਗਰੁੱਪ ਦਾ ਰਾਜਨੀਤਿਕ ਲਾਹਾ ਦੇਣ ਦੇ ਲਈ ਕੀ ਇਸ ਦਾ ਦੁਰਉਪਯੋਗ ਤਾਂ ਨਹੀਂ ਕੀਤਾ ਗਿਆ, ਇਸ ਨੂੰ ਲੈ ਕੇ ਸਵਾਲ ਨੇ। ਇਸ ਦੇ ਲਈ ਈਡੀ ਨੇ ਛਾਪੇਮਾਰੀ ਕੀਤੀ ਹੈ। 8 ਥਾਵਾਂ ਦੇ ਉੱਤੇ ਇਸ ਵੇਲੇ ਛਾਪੇਮਾਰੀ ਹੋ ਰਹੀ ਹੈ। ਇਹ ਜਿਹੜਾ ਮੁੱਦਾ ਹੈ ਇਸ ਵੇਲੇ ਇਸ ਕਰਕੇ ਵੀ ਗਰਮ ਹੈ ਕਿਉਂਕਿ ਕੇਬਲ ਨੂੰ ਲੈ ਕੇ, ਕੇਬਲ ਦੇ ਰੇਟ ਨੂੰ ਲੈ ਕੇ ਸਾਰਾ ਕੁਝ ਚੱਲ ਰਿਹਾ ਹੈ, ਵਿਵਾਦ ਵੀ ਚੱਲ ਰਿਹਾ ਹੈ ਤੇ ਇਸ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਵੀ ਟਵੀਟ ਕੀਤੇ ਨੇ। ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਫਾਸਟਵੇ ਗਰੁੱਪ ਦੇ ਮਾਲਕ ਗੁਰਦੀਪ ਸਿੰਘ ਦੇ ਟਿਕਾਣਿਆਂ ਤੇ ਈਡੀ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਸੁਰਿੰਦਰ ਪਹਿਲਵਾਨ ਦੇ ਖਿਲਾਫ ਵੀ ਐਕਸ਼ਨ ਹੈ। ਈਡੀ ਦੇ ਵੱਲੋਂ ਪੰਜਾਬ ਦੇ ਵਿੱਚ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ। 8 ਥਾਵਾਂ ਤੇ ਈਡੀ ਦੀ ਛਾਪੇਮਾਰੀ ਇਸ ਵੇਲੇ ਚੱਲ ਰਹੀ ਹੈ। ਈਡੀ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲ ਰਿਹਾ। ਪੰਜਾਬ ਦੇ ਵਿੱਚ 8 ਥਾਵਾਂ ਤੇ ਛਾਪੇਮਾਰੀ ਹੋ ਰਹੀ ਹੈ। 2017 ਚ ਪੰਜਾਬ ਦੀ ਸਟੇਟ ਵਿਜੀਲੈਂਸ ਬਿਊਰੋ ਦੁਆਰਾ ਦਰਜ ਮਾਮਲੇ ਦੇ ਆਧਾਰ ਤੇ ਇਹ ਛਾਪੇਮਾਰੀ ਚੱਲ ਰਹੀ ਹੈ। ਹੁਣ ਈਡੀ ਦੀ ਕਾਰਵਾਈ ਹੋ ਰਹੀ ਹੈ। ਸ਼ੰਕਰ ਜਾਣਕਾਰੀ ਦੇ ਰਹੇ ਸਨ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਈ ਵੱਡੇ ਨੇਤਾਵਾਂ ਦੇ ਨਾਲ ਸੰਪਰਕ ਹੋਣ ਦਾ ਮਾਮਲਾ ਵੀ ਹੈ ਇਸ ਦੇ ਵਿੱਚ ਸ਼ਾਮਲ ਕਿ ਕੀ ਉਹਨਾਂ ਨੂੰ ਕੋਈ ਰਾਜਨੀਤਿਕ ਲਾਭ ਤਾਂ ਨਹੀਂ ਦਿੱਤਾ ਗਿਆ। ਇਸ ਨੂੰ ਲੈ ਕੇ ਛਾਪੇਮਾਰੀ ਹੋ ਰਹੀ ਹੈ। ਈਡੀ ਦਾ ਵੱਡਾ ਐਕਸ਼ਨ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ। ਭ੍ਰਿਸ਼ਟਾਚਾਰ ਦੇ ਮਾਮਲੇ 'ਚ ਫਾਸਟਵੇ ਗਰੁੱਪ ਦੇ ਮਾਲਕ ਦੇ ਟਿਕਾਣਿਆਂ ਤੇ ਛਾਪਾ ਹੋ ਰਿਹਾ ਤੇ ਸੁਰਿੰਦਰ ਪਹਿਲਵਾਨ ਦੇ ਖਿਲਾਫ ਐਕਸ਼ਨ ਹੋ ਰਿਹਾ। ਈਡੀ ਦੇ ਵੱਲੋਂ ਪੰਜਾਬ 'ਚ ਵੱਡਾ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ।
ਨਵਜੋਤ ਸਿੰਘ ਸਿੱਧੂ ਨੇ ਵੀ ਫਾਸਟਵੇ ਤੇ ਕਾਰਵਾਈ ਦੀ ਵਕਾਲਤ ਕੀਤੀ ਹੈ। ਉਹਨਾਂ ਨੇ ਕਿਹਾ ਕਿ ਮੈਂ 5 ਸਾਲ ਪਹਿਲਾਂ ਵੀ ਫਾਸਟਵੇ ਦੇ ਏਕਾ ਅਧਿਕਾਰ ਤੋਂ ਛੁਟਕਾਰਾ ਪਵਾਉਣ ਦੀ ਨੀਤੀ ਰੱਖੀ ਸੀ। ਇਸ ਨੀਤੀ ਦੇ ਨਾਲ ਹਜ਼ਾਰਾਂ ਕਰੋੜ ਵਸੂਲੇ ਜਾ ਸਕਦੇ ਸਨ। ਉਹਨਾਂ ਨੇ ਕਿਹਾ ਕਿ ਨੀਤੀ ਦੇ ਨਾਲ ਸਥਾਨਕ ਆਪਰੇਟਰਾਂ ਨੂੰ ਮਜ਼ਬੂਤ ਬਣਾ ਸਕਦੇ ਸੀ। ਕਿਹਾ ਕਿ ਫਾਸਟਵੇ ਤੇ ਕਾਰਵਾਈ ਬਗੈਰ ਕੇਬਲ ਸਮੱਸਿਆ ਦਾ ਹੱਲ ਨਹੀਂ। ਪਿਛਲੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੇਬਲ ਦਾ ਰੇਟ ਫਿਕਸ ਕਰਨ ਦਾ ਐਲਾਨ ਕੀਤਾ ਸੀ। 100 ਰੁਪਏ ਕੇਬਲ ਦਾ ਰੇਟ ਹੋਏਗਾ, ਜਿਸ ਨੂੰ ਲੈ ਕੇ ਵੀ ਸਵਾਲ ਕੀਤੇ ਜਾ ਰਹੇ ਨੇ ਤੇ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਮਸਲਾ ਚੁੱਕਿਆ ਹੈ। ਫਾਸਟਵੇ ਤੇ ਕਾਰਵਾਈ ਦੀ ਵਕਾਲਤ ਕੀਤੀ ਹੈ। ਉਹਨਾਂ ਨੇ ਕਿਹਾ ਕਿ ਫਾਸਟਵੇ ਤੇ ਕਾਰਵਾਈ ਦੇ ਬਗੈਰ ਕੇਬਲ ਸਮੱਸਿਆ ਦਾ ਹੱਲ ਨਹੀਂ ਹੋਏਗਾ। ਜਦ ਤੱਕ ਫਾਸਟਵੇ ਦੇ ਏਕਾ ਅਧਿਕਾਰ ਤੋਂ ਛੁਟਕਾਰਾ ਨਹੀਂ ਪਾਇਆ ਜਾਂਦਾ, ਉਦੋਂ ਤੱਕ ਇਸ ਸਮੱਸਿਆ ਦਾ ਹੱਲ ਨਹੀਂ ਹੋਏਗਾ। ਉਹਨਾਂ ਨੇ ਕਿਹਾ ਹੈ ਕਿ 5 ਸਾਲ ਪਹਿਲਾਂ ਵੀ ਮੈਂ ਫਾਸਟਵੇ ਦੇ ਏਕਾ ਅਧਿਕਾਰ ਤੋਂ ਛੁਟਕਾਰਾ ਪਾਉਣ ਦੇ ਲਈ ਨੀਤੀ ਰੱਖੀ ਸੀ, ਨੀਤੀ ਤਿਆਰ ਕੀਤੀ ਸੀ। ਇਸ ਨੀਤੀ ਦੇ ਨਾਲ ਹਜ਼ਾਰਾਂ ਕਰੋੜ ਵਸੂਲੇ ਜਾ ਸਕਦੇ ਸੀ। ਇਸ ਨੀਤੀ ਦੇ ਨਾਲ ਸਥਾਨਕ ਆਪਰੇਟਰ, ਜੋ ਵੀ ਸਥਾਨਕ ਆਪਰੇਟਰ ਹੋਣਗੇ, ਉਹਨਾਂ ਨੂੰ ਮਜ਼ਬੂਤ ਬਣਾਇਆ ਜਾ ਸਕਦਾ ਸੀ। ਉਹਨਾਂ ਨੇ ਕਿਹਾ ਕਿ ਜਦ ਤੱਕ ਇਹ ਏਕਾ ਅਧਿਕਾਰ ਨਹੀਂ ਟੁੱਟਦਾ, ਉਦੋਂ ਤੱਕ ਕੇਬਲ ਦੀ ਸਮੱਸਿਆ ਦਾ ਹੱਲ ਨਹੀਂ ਹੋਏਗਾ। ਤਾਂ ਫਾਸਟਵੇ ਤੇ ਕਾਰਵਾਈ ਦੀ ਵਕਾਲਤ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਕੀਤੀ ਗਈ ਹੈ। ਪੰਕਜ ਕਪਾਹੀ ਫੋਨ ਲਾਈਨ ਤੇ ਸਾਡੇ ਸਹਿਯੋਗੀ ਜੁੜੇ ਹੋਏ ਨੇ। ਪੰਕਜ, ਕਿਵੇਂ ਦੇਖਿਆ ਜਾਵੇ, ਇੱਕ ਵੱਡੀ ਕਾਰਵਾਈ ਇਸ ਵੇਲੇ ਈਡੀ ਦੇ ਵੱਲੋਂ ਚੱਲ ਰਹੀ ਹੈ ਤਾਂ ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ ਨੇ ਵਕਾਲਤ ਕੀਤੀ ਹੈ। पंकज, आवाज मिल पा रही है? तो दोबारा जुड़न की कोशिश करांगे पंकज कपाही साडे सहयोगी दे नाल। तो नवजोत सिंह सिद्धू ने ट्वीट कीते ने ते इस कार्रवाई दी वकालत कीती है। फास्टवे दे खिलाफ कार्रवाई दी वकालत नवजोत सिंह सिद्धू ने कीती है। उन्होंने ट्वीट किया है, लिखा कि 5 साल पहला मैं मल्टी सिस्टम ऑपरेटर फास्टवे दे एकाधिकार तो छुटकारा पाउण लई 1000 ਕਰੋੜ ਦੇ ਟੈਕਸ ਦੀ ਵਸੂਲੀ, ਸਥਾਨਕ ਆਪਰੇਟਰਾਂ ਦੇ ਸਸ਼ਕਤੀਕਰਨ ਅਤੇ ਲੋਕਾਂ ਨੂੰ ਸਸਤੀ ਕੇਬਲ ਦੇਣ ਦੀ ਨੀਤੀ ਰੱਖੀ ਸੀ, ਨੀਤੀ ਤਿਆਰ ਕੀਤੀ ਸੀ। ਫਾਸਟਵੇ ਦੇ ਖਿਲਾਫ ਲੋੜੀਂਦੀ ਕਾਰਵਾਈ ਕੀਤੇ ਬਿਨਾਂ ਪੰਜਾਬ ਦੀ ਕੇਬਲ ਦੀ ਸਮੱਸਿਆ ਦੇ ਹੱਲ ਦਾ ਸੁਝਾਅ ਦੇਣਾ ਗਲਤ ਹੈ। ਤਾਂ ਦੋ ਚੀਜ਼ਾਂ ਨੇ, ਇੱਕ ਤਾਂ ਇਹ ਕਿ ਮੁੱਖ ਮੰਤਰੀ ਚੰਨੀ ਨੇ ਐਲਾਨ ਕੀਤਾ ਕੇਬਲ ਦਾ ਰੇਟ ਫਿਕਸ ਕਰਨ ਦੀ ਗੱਲ ਕੀਤੀ, ਇੱਕ ਚੀਜ਼ ਉਹ ਹੈ, ਤੇ ਦੂਸਰੇ ਪਾਸੇ ਈਡੀ ਦੇ ਵੱਲੋਂ ਫਾਸਟਵੇ ਗਰੁੱਪ ਦੇ ਉੱਤੇ ਇਸ ਵੇਲੇ ਛਾਪੇਮਾਰੀ ਕੀਤੀ ਜਾ ਰਹੀ ਹੈ। ਉਸ ਦੇ ਮਾਲਕ ਗੁਰਦੀਪ ਸਿੰਘ ਦੇ ਟਿਕਾਣਿਆਂ ਦੇ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਦੋ ਚੀਜ਼ਾਂ ਨੇ, ਜੁੜਦੀਆਂ ਨੇ ਆਪਸ ਦੇ ਵਿੱਚ, ਤੇ ਨਵਜੋਤ ਸਿੰਘ ਸਿੱਧੂ ਨੇ ਇਸ ਦੀ ਵਕਾਲਤ ਕੀਤੀ ਹੈ। ਫਾਸਟਵੇ ਤੇ ਕਾਰਵਾਈ ਦੀ ਵਕਾਲਤ ਨਵਜੋਤ ਸਿੰਘ ਸਿੱਧੂ ਨੇ ਕੀਤੀ ਹੈ। ਕਿਹਾ ਕਿ ਜਦ ਤੱਕ ਫਾਸਟਵੇ ਦਾ ਏਕਾ ਅਧਿਕਾਰ ਤੋੜਿਆ ਨਹੀਂ ਜਾਂਦਾ, ਸਥਾਨਕ ਆਪਰੇਟਰਾਂ ਨੂੰ ਮਜ਼ਬੂਤ ਨਹੀਂ ਕੀਤਾ ਜਾਂਦਾ, ਉਦੋਂ ਤੱਕ ਕੇਬਲ ਸਮੱਸਿਆ ਦਾ ਹੱਲ ਨਹੀਂ ਹੋਏਗਾ। ਨਵਜੋਤ ਸਿੰਘ ਸਿੱਧੂ ਨੇ ਟਵੀਟ ਕੀਤਾ ਹੈ, ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਨੇ ਟਵੀਟ ਕੀਤਾ ਹੈ ਕਿ 5 ਸਾਲ ਪਹਿਲਾਂ ਮੈਂ ਮਲਟੀ ਸਿਸਟਮ ਆਪਰੇਟਰ ਫਾਸਟਵੇ ਦੇ ਏਕਾਧਿਕਾਰ ਤੋਂ ਛੁਟਕਾਰਾ ਪਾਉਣ ਲਈ 1000 ਕਰੋੜ ਦੇ ਟੈਕਸ ਦੀ ਵਸੂਲੀ, ਸਥਾਨਕ ਆਪਰੇਟਰਾਂ ਦੇ ਸਸ਼ਕਤੀਕਰਨ ਅਤੇ ਲੋਕਾਂ ਨੂੰ ਸਸਤੀ ਕੇਬਲ ਦੇਣ ਦੀ ਨੀਤੀ ਰੱਖੀ ਸੀ। ਫਾਸਟਵੇ ਖਿਲਾਫ ਲੋੜੀਂਦੀ ਕਾਰਵਾਈ ਕੀਤੇ ਬਿਨਾਂ ਪੰਜਾਬ ਦੀ ਕੇਬਲ ਦੀ ਸਮੱਸਿਆ ਦੇ ਹੱਲ ਦਾ ਸੁਝਾਅ ਦੇਣਾ ਗਲਤ ਹੈ। ਤਾਂ ਇੱਕ ਪਾਸੇ ਮੁੱਖ ਮੰਤਰੀ ਚੰਨੀ ਨੇ ਜੋ ਐਲਾਨ ਕੀਤਾ ਹੈ ਉਸ ਤੇ ਸਵਾਲ ਖੜੇ ਕਰ ਰਹੇ ਨੇ, ਤਾਂ ਦੂਸਰੇ ਪਾਸੇ ਨਾਲ ਹੀ ਕਹਿ ਰਹੇ ਨੇ ਕਿ ਫਾਸਟਵੇ ਤੇ ਕਾਰਵਾਈ ਕਰਨ ਦੀ ਲੋੜ ਹੈ। ਜਦ ਤੱਕ ਇਹ ਕਾਰਵਾਈ ਨਹੀਂ ਹੁੰਦੀ, ਉਦੋਂ ਤੱਕ ਕੇਬਲ ਦੀ ਸਮੱਸਿਆ ਦਾ ਹੱਲ ਨਹੀਂ ਹੁੰਦਾ। ਫਾਸਟਵੇ ਦੇ ਉੱਤੇ ਜਦ ਤੱਕ ਕਾਰਵਾਈ ਨਹੀਂ ਹੁੰਦੀ, ਕੇਬਲ ਸਮੱਸਿਆ ਦਾ ਹੱਲ ਨਹੀਂ ਹੋਏਗਾ। ਸਾਡੇ ਨਾਲ ਸਨੀ ਜੁੜੇ ਨੇ ਕੇਬਲ ਆਪਰੇਟਰ ਐਸੋਸੀਏਸ਼ਨ ਤੋਂ। ਸਵਾਗਤ ਹੈ ਜੀ ਨਿਊਜ਼ 18 ਪੰਜਾਬ ਤੇ। ਤੁਸੀਂ ਕਿਵੇਂ ਦੇਖਦੇ ਹੋ? ਦੋ ਚੀਜ਼ਾਂ ਨੇ, ਨਵਜੋਤ ਸਿੰਘ ਸਿੱਧੂ ਕਹਿ ਰਹੇ ਨੇ ਕਿ ਜਦ ਤੱਕ ਫਾਸਟਵੇ ਦਾ ਏਕਾ ਅਧਿਕਾਰ ਨਹੀਂ ਤੋੜਿਆ ਜਾਂਦਾ, ਸਥਾਨਕ ਕੇਬਲ ਆਪਰੇਟਰਾਂ ਨੂੰ ਤਾਕਤਵਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਹੱਲ ਨਹੀਂ ਹੋਏਗਾ। ਤੁਸੀਂ ਕਿਵੇਂ ਦੇਖਦੇ ਹੋ ਇਸ ਨੂੰ? ਸਿੱਧੂ ਸਾਹਿਬ ਬਹੁਤ ਸਿਆਣੇ ਤੇ ਇੰਟਰਨੈਸ਼ਨਲ ਪਲੇਅਰ ਨੇ। ਇਹਨਾਂ ਨੇ ਦੁਨੀਆ ਦੇਖੀ ਆ, ਇਹ ਬਹੁਤ ਸੂਝਵਾਨ ਇਨਸਾਨ ਨੇ ਤੇ ਇਹਨਾਂ ਦਾ ਆਪਣਾ ਨਜ਼ਰੀਆ ਦੇਖਣ ਦਾ। ਅਸਲ 'ਚ ਕੀ ਹੁੰਦਾ ਹੈ ਕਿ ਜਿਹੜਾ ਵੀ ਕੋਈ ਆਦਮੀ ਬਿਜ਼ਨਸ ਕਰਦਾ, ਉਹਦਾ ਇੱਕ ਡਿਫਰੈਂਟ ਨਜ਼ਰੀਆ ਹੁੰਦਾ ਉਸ ਬਿਜ਼ਨਸ ਦੇ ਪ੍ਰਤੀ, ਤੇ ਜਿਹੜੇ ਆਦਮੀ ਬਾਹਰ ਬੈਠੇ ਪੋਲਿਟਿਕਸ ਕਰਦੇ ਆ ਉਹਨਾਂ ਦਾ ਡਿਫਰੈਂਟ ਨਜ਼ਰੀਆ ਹੁੰਦਾ ਹੈ ਉਸ ਬਿਜ਼ਨਸ ਦੇ ਲਈ। ਅਸਲ ਦੇ ਵਿੱਚ ਜਿਹੜੀ ਕੇਬਲ ਟੀਵੀ ਇੰਡਸਟਰੀ ਆ, ਇਹ ਅਸੀਂ ਲੋਕਾਂ ਨੇ 1990 ਤੋਂ ਸਟਾਰਟ ਕੀਤੀ ਆ ਜੀ। ਮੈਂ ਵੀ ਫਾਊਂਡਰ ਮੈਂਬਰ ਆ ਇਸ ਇੰਡਸਟਰੀ ਦਾ, ਔਰ 2001 ਤੋਂ ਮੈਂ ਇਸ ਪੰਜਾਬ ਕੇਬਲ ਆਪਰੇਟਰ ਵੈਲਫੇਅਰ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਆ। ਲਗਭਗ 21 ਸਾਲ ਤੋਂ ਅਸੀਂ ਬੜੇ ਉਤਰਾਅ ਚੜਾਅ ਦੇਖੇ ਆ ਇਸ ਇੰਡਸਟਰੀ ਦੇ ਵਿੱਚ। ਪਹਿਲਾਂ ਵੀ ਇੱਕ ਵਾਰ ਇਸ ਤਰ੍ਹਾਂ ਦੀਆਂ ਗੱਲਾਂ ਉੱਠੀਆਂ ਸੀ, ਉਦੋਂ ਸਿਨੇਮੇ ਵਾਲੇ ਜਿਹੜੇ
ਉਦੋਂ ਸਿਨੇਮਾ ਹਾਲ ਚੱਲਦੇ ਸੀ, ਉਹਨਾਂ ਨੇ ਮੁੱਦਾ ਉਠਾਇਆ ਸੀ। ਸਰਦਾਰ ਬੇਅੰਤ ਸਿੰਘ ਦੀ ਸਰਕਾਰ ਸੀ ਉਦੋਂ ਵੀ 50% ਜਿਹੜਾ ਹੈਗਾ ਇੰਟਰਟੇਨਮੈਂਟ ਟੈਕਸ ਜਿਹੜਾ ਉਹ ਕੇਬਲ ਆਪਰੇਟਰ ਦੇ ਉੱਤੇ ਲਾ ਦਿੱਤਾ ਗਿਆ ਸੀ, ਤੇ ਉਹ ਇੱਕ ਤਰ੍ਹਾਂ ਨਾਲ ਕੇਬਲ ਇੰਡਸਟਰੀ ਨੂੰ ਤਬਾਹ ਕਰਨ ਵਾਲੇ ਪਾਸੇ ਇੱਕ ਕਦਮ ਸੀ। ਅਸੀਂ ਉਸ ਟਾਈਮ ਦੇ ਉੱਤੇ ਵੀ ਐਸੋਸੀਏਸ਼ਨ ਵੱਲੋਂ ਵਿਰੋਧ ਕੀਤਾ ਉਸ ਕਦਮ ਦਾ, ਤੇ ਸਰਕਾਰੇ ਦਰਬਾਰੇ ਹਰੇਕ ਜਗ੍ਹਾ ਦੇ ਉੱਤੇ ਬੇਨਤੀ ਕੀਤੀ ਕਿ ਸਾਨੂੰ ਨਾ ਭੇਟ ਚੜਿਆ ਜਾਵੇ ਸਿਨੇਮੇ ਵਾਲਿਆਂ ਦੀ। ਅਸੀਂ ਬਹੁਤ ਜ਼ਿੰਦਗੀ ਦਾ ਆਪਦੀ ਦਾ ਗੋਲਡਨ ਪੀਰੀਅਡ ਲਾ ਕੇ ਇੰਡਸਟਰੀ ਬਣਾਈ ਆ। ਮੇਰੀ ਬੇਨਤੀ ਆ ਸਿੱਧੂ ਸਾਹਿਬ ਨੂੰ ਵੀ ਤੇ ਹੋਰ ਸਾਰੇ ਲੀਡਰ ਸਾਹਿਬਾਨ ਨੂੰ ਹੱਥ ਜੋੜ ਕੇ ਕਿ ਕਿਰਪਾ ਕਰਕੇ ਇੱਕ ਤਾਂ ਕੇਬਲ ਟੀਵੀ ਵਾਲਿਆਂ ਨੂੰ ਮਾਫੀਆ ਕਹਿਣਾ ਬੰਦ ਕਰੋ। ਕੇਬਲ ਇੰਡਸਟਰੀ ਬਣਾਉਣ ਵਾਸਤੇ ਕੇਬਲ ਆਪਰੇਟਰਾਂ ਨੇ ਆਪਦੀ ਜ਼ਿੰਦਗੀ ਲਾਤੀ। ਕੋਈ ਵੀ ਆਦਮੀ 31 ਸਾਲ ਹੋ ਗਏ ਸਾਨੂੰ ਇਹ ਇੰਡਸਟਰੀ ਸ਼ੁਰੂ ਕੀਤੀ ਨੂੰ, ਤੇ ਮੇਰਾ ਖਿਆਲ ਆ ਜਦੋਂ ਅੱਜ ਤੋਂ 31 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਸਿੱਧੂ ਸਾਹਿਬ ਜਾਂ ਦੂਜੇ ਲੀਡਰ ਸਾਹਿਬਾਨ ਵੀ ਆਪਣਾ ਉਹ ਵਾਲਾ ਪੀਰੀਅਡ ਯਾਦ ਕਰਨਗੇ, ਉਦੋਂ ਉਹ ਕਿਹੋ ਜਿਹੇ ਹੁੰਦੇ ਸੀ ਤੇ ਅੱਜ ਉਹ ਕਿਹੋ ਜਿਹੇ ਨੇ। ਅੱਛਾ ਸਨੀ ਜੀ ਵਿਰਸਾ ਸਿੰਘ ਵਲਟੋਹਾ ਅਕਾਲੀ ਦਲ ਤੋਂ ਸਾਡੇ ਨਾਲ ਜੁੜੇ ਨੇ। ਵਲਟੋਹਾ ਜੀ, ਮੈਂ ਤੁਹਾਡੇ ਵੱਲ ਆਵਾਂਗੀ। ਇੱਕ ਸਵਾਲ ਹੈ ਸਨੀ ਨੂੰ ਮੇਰਾ, ਤੁਸੀਂ ਕਿਵੇਂ ਦੇਖਦੇ ਹੋ ਜਿਹੜੀ ਫਾਸਟਵੇ ਦੇ ਉੱਤੇ ਕਾਰਵਾਈ ਦੀ ਮੰਗ ਕਰ ਰਹੇ ਨੇ ਨਵਜੋਤ ਸਿੰਘ ਸਿੱਧੂ, ਉਹਨੂੰ ਕਿਵੇਂ ਦੇਖਦੇ ਹੋ? ਕਹਿ ਰਹੇ ਨੇ ਏਕਾ ਅਧਿਕਾਰ ਹੈ, ਜਦ ਤੱਕ ਇਹ ਨਹੀਂ ਟੁੱਟਦਾ ਫਾਸਟਵੇ ਦਾ ਉਦੋਂ ਤੱਕ ਕੇਬਲ ਆਪਰੇਟਰਾਂ ਦੇ ਲਈ ਚੰਗਾ ਨਹੀਂ ਹੋ ਸਕਦਾ, ਕੇਬਲ ਦੀ ਸਮੱਸਿਆ ਦਾ ਹੱਲ ਵੀ ਨਹੀਂ ਹੋ ਸਕਦਾ। हेलो सनी जी, आवाज मिल पा रही है? ਤਾਂ ਉਹਨਾਂ ਨਾਲ ਸੰਪਰਕ ਟੁੱਟ ਗਿਆ ਹੈ। ਵਿਰਸਾ ਸਿੰਘ ਵਲਟੋਹਾ ਸਾਡੇ ਨਾਲ ਜੁੜੇ ਹੋਏ ਨੇ ਅਕਾਲੀ ਦਲ ਤੋਂ। ਵਲਟੋਹਾ ਜੀ, ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਕਿਵੇਂ ਦੇਖਦੇ ਹੋ ਤੁਸੀਂ? ਦੋ ਚੀਜ਼ਾਂ ਨੇ ਇਸ ਵੇਲੇ, ਇੱਕ ਤਾਂ ਈਡੀ ਦੇ ਵੱਲੋਂ ਛਾਪੇਮਾਰੀ ਹੋ ਰਹੀ ਹੈ ਗੁਰਦੀਪ ਸਿੰਘ ਦੇ ਟਿਕਾਣਿਆਂ ਦੇ ਉੱਤੇ, ਫਾਸਟਵੇ ਨੂੰ ਲੈ ਕੇ ਖੰਗਾਲਿਆ ਜਾ ਰਿਹਾ ਕਿ ਕੀ ਰਾਜਨੀਤਿਕ ਲਾਹਾ ਦੇਣ ਦੇ ਲਈ ਤਾਂ ਵਰਤੋਂ ਨਹੀਂ ਹੋਈ, ਦੁਰਵਰਤੋਂ ਤਾਂ ਨਹੀਂ ਹੋਈ। ਦੂਸਰਾ, ਨਵਜੋਤ ਸਿੰਘ ਸਿੱਧੂ ਕਾਰਵਾਈ ਦੀ ਵਕਾਲਤ ਕਰ ਰਹੇ ਨੇ, ਕਹਿ ਰਹੇ ਨੇ ਕਿ ਫਾਸਟਵੇ ਦਾ ਜਦ ਤੱਕ ਏਕਾਧਿਕਾਰ ਨਹੀਂ ਟੁੱਟਦਾ ਉਦੋਂ ਤੱਕ ਕੇਬਲ ਦੀ ਸਮੱਸਿਆ ਦਾ ਹੱਲ ਨਹੀਂ ਹੋਣਾ। देखो, जिस तक ਸਾਡੇ ਦੇਸ਼ ਦੀ ਕੋਈ ਵੀ ਏਜੰਸੀ ਹੈ ਉਹਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਸ਼ੱਕ ਪੈਂਦਾ ਹੈ ਜਾਂ ਕਿਸੇ ਤਰ੍ਹਾਂ ਦਾ ਕੋਈ ਉਹ ਕਾਰਵਾਈ ਕਰਦੀ ਆ, ਉਹਦੇ ਉੱਤੇ ਕਿੰਤੂ ਪਰੰਤੂ ਕਰਨਾ ਨਹੀਂ ਬਣਦਾ ਜੀ। ਔਰ ਉਹਨਾਂ ਨੇ ਜੇ ਰੇਡ ਕੀਤਾ ਤੇ ਰੇਡ ਦਾ ਮਤਲਬ ਇਹ ਨਹੀਂ ਹੁੰਦਾ ਕਿ ਕਿਸੇ ਤਰ੍ਹਾਂ ਦਾ ਕਿਸੇ ਨੂੰ ਦੋਸ਼ੀ ਠਹਿਰਾਤਾ। ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗ ਜਾਵੇਗਾ ਕਿ ਜੇ ਕਿਸੇ ਨੇ ਕੋਈ ਨਿਯਮਾਂ ਦੀ ਉਲੰਘਣਾ ਕੀਤੀ ਹੈ ਤੇ ਆਪਣੇ ਆਪ ਉਹਦੇ ਵਿਰੁੱਧ ਕਾਰਵਾਈ ਹੋ ਜਾਊਗੀ। ਬਾਕੀ ਰਹਿ ਗਈ ਗੱਲ ਜਿਹੜੀ ਸਿੱਧੂ ਸਾਹਿਬ ਨੇ ਇਹ ਗੱਲ ਕੀਤੀ ਹੈ ਕਿ ਏਕ ਅਧਿਕਾਰ ਦੀ ਗੱਲ ਕੀਤੀ ਹੈ ਕਿ ਉਹ ਖਤਮ ਹੋਣਾ ਚਾਹੀਦਾ, ਤੇ ਖਤਮ ਕਿਹਨੇ ਕਰਨਾ? ਖਤਮ ਤੇ ਤੁਹਾਡੀ 5 ਸਾਲ ਸਰਕਾਰ ਹੋ ਗਈ ਆ, ਲੰਬੇ ਸਮੇਂ ਤੋਂ ਇੱਕ ਇੰਡਸਟਰੀ ਬਣ ਚੁੱਕੀ ਆ। ਜਿਸ ਤਰ੍ਹਾਂ ਕੇਬਲ ਆਪਰੇਟਰ ਐਸੋਸੀਏਸ਼ਨ ਵਾਲਿਆਂ ਨੇ ਗੱਲ ਕੀਤੀ ਹੈ, ਇੱਕ ਨਹੀਂ ਦੋ ਨਹੀਂ ਹਜ਼ਾਰਾਂ ਲੋਕੀ ਮੇਰਾ ਖਿਆਲ ਹੈ ਕਿ ਜਿਨ੍ਹਾਂ ਦੇ ਪਰਿਵਾਰ ਹੀ ਕੇਬਲ ਤੋਂ ਚੱਲਦੇ ਆ, ਜਿਨ੍ਹਾਂ ਨੂੰ ਰੁਜ਼ਗਾਰ ਕੇਬਲ ਤੋਂ ਮਿਲਦਾ ਆ, ਤੇ ਤੁਸੀਂ ਉਹਨੂੰ ਮਾਫੀਆ ਕਹੋਗੇ? ਮਾਫੀਆ ਤਾਂ ਹੁੰਦਾ ਕਿ ਇੱਕ ਵਿਅਕਤੀ ਦਾ ਜਿਹੜਾ ਆ ਸਰਵੇ ਸਰਵਾ ਹੋਵੇ। ਵਲਟੋਹਾ ਜੀ, ਸਿੱਧੇ ਸਵਾਲ ਫਾਸਟਵੇ ਤੇ ਚੁੱਕੇ ਜਾ ਰਹੇ ਨੇ। ਨਹੀਂ, ਫਾਸਟਵੇ ਤੇ ਸਵਾਲ ਚੁੱਕਦੇ ਆ। ਇਹ ਕਹਿੰਦੇ ਕਿ ਫਾਸਟਵੇ ਜਿਹੜੀ ਹੈ, ਹੁਣ ਤੁਸੀਂ ਦੇਖੋ ਜਿਹੜੇ ਰੇਟ ਆ ਟਰਾਈ ਨਿਰਧਾਰਿਤ ਕਰਦੀ ਹੈ। ਜੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਇਹਦੇ ਵਿੱਚ ਕੋਈ ਉਲੰਘਣਾ ਜਾਪਦੀ ਹੈ, ਕੋਈ ਨਿਯਮਾਂ ਦੀ ਉਲੰਘਣਾ ਜਾਪਦੀ, ਕਾਰਵਾਈ ਕਰੋ। ਤੁਸੀਂ ਹਰੇਕ ਗੱਲ 'ਚ ਜੀ ਟਰਾਂਸਪੋਰਟ ਮਾਫੀਆ ਜੀ, ਬਾਦਲ ਆ ਗਏ ਜੀ, ਇਹ ਕੇਬਲ ਮਾਫੀਆ ਜੀ, ਇਹ ਜਿਹੜੀ ਆ ਜੀ ਪੀਟੀਸੀ ਤੇ ਜਿਹੜਾ ਇਕੱਲਾ ਹੀ ਲਾਈਵ ਕੀਰਤਨ ਕਿਉਂ ਹੁੰਦਾ ਜੀ। ਮਤਲਬ ਗੱਲਾਂ ਤੁਸੀਂ ਕਰੋ ਤੇ ਇਹ ਇਹੋ ਜਿਹੀਆਂ ਜਿਨ੍ਹਾਂ ਦੀ ਕੋਈ ਬੁਨਿਆਦ ਨਾ ਹੋਵੇ, ਤੇ ਕੇਵਲ ਝੂਠਾ ਪ੍ਰਚਾਰ ਕਰਕੇ ਝੂਠੀਆਂ ਗੱਲਾਂ ਕਰਕੇ ਸਰਦਾ ਨਹੀਂ। 5 ਸਾਲ ਤੁਹਾਡੀ ਸਰਕਾਰ ਦੀ ਕਿਸੇ ਨੇ ਵੀ ਨਿਯਮ ਦੀ ਉਲੰਘਣਾ ਕੀਤੀ ਸੀ ਤੇ ਕਾਰਵਾਈ ਕਰਦੇ। ਮੈਂ ਕੋਈ ਗੁਰਦੀਪ ਸਿੰਘ ਹੋਰਾਂ ਦਾ ਜਾਂ ਕਿਸੇ ਹੋਰ ਦਾ ਮੈਂ ਹਮਾਇਤੀ ਨਹੀਂ ਗਾ। ਮੈਂ ਤਾਂ ਇੱਕ ਜਨਰਲ ਜੀ ਗੱਲ ਕਰਦਾ ਕਿ ਇਹ ਸਰਕਾਰ ਜਿਹੜੀ ਆ ਕੇਵਲ ਤੇ ਕੇਵਲ ਚਾਹੇ ਨਵਜੋਤ ਸਿੰਘ ਸਿੱਧੂ ਆ, ਚਾਹੇ ਚੰਨੀ ਸਾਹਿਬ ਨੇ, ਚਾਹੇ ਪਹਿਲੋਂ ਕੈਪਟਨ ਅਮਰਿੰਦਰ ਸਿੰਘ ਸੀ, ਇਹਨਾਂ ਦਾ ਕੰਮ ਰਹਿ ਗਿਆ ਕਿ ਸਰਕਾਰ ਦੇ ਵਿੱਚ ਬਹਿ ਕੇ ਵੀ ਓਪੋਜੀਸ਼ਨ ਵਾਲੀਆਂ ਗੱਲਾਂ ਕਰਨੀਆਂ ਜੀ, ਓਪੋਜੀਸ਼ਨ ਵਾਲੀਆਂ ਗੱਲਾਂ ਕਰੇ। ਤੁਸੀਂ ਹੁਣ ਓਪੋਜੀਸ਼ਨ 'ਚ ਨਹੀਂ ਜੇ, ਪਿਛਲੇ ਪੌਣੇ 5 ਸਾਲ ਤੋਂ ਤੁਸੀਂ ਸਰਕਾਰ 'ਚ ਜੇ। ਹਾਂਜੀ, ਸਰਕਾਰ ਤੁਹਾਨੂੰ ਤੇ ਨਜ਼ਰ ਆਉਂਦੀ ਹੈ, ਥੱਲੇ ਤੁਹਾਡੇ ਵਰਕਰਾਂ ਨੂੰ ਨਜ਼ਰ ਨਹੀਂ ਆਉਂਦੀ। ਉਹਨਾਂ ਵਿਚਾਰਿਆਂ ਨੂੰ ਨਹੀਂ ਪਤਾ ਲੱਗਾ ਕਿ ਸਰਕਾਰ ਸਾਡੀ ਬਣ ਗਈ ਜਿਹੜੀ ਬੜੀ ਮਿਹਨਤ ਕਰਕੇ ਬਣਾਈ ਸੀ। ਉਹਨਾਂ ਨੂੰ ਤਾਂ ਪਤਾ ਨਹੀਂ ਗਿਆ, ਪਰ ਤੁਹਾਨੂੰ ਤਾਂ ਪਤਾ ਹੈ ਨਾ। ਤੁਸੀਂ ਤਾਂ ਸਰਕਾਰ ਹੰਢਾ ਰਹੇ ਜੇ ਨਾ, ਤੁਸੀਂ ਤਾਂ ਸਰਕਾਰ ਚਲਾ ਰਹੇ ਜੇ ਨਾ, ਤਾਂ ਤੁਸੀਂ ਫਿਰ ਓਪੋਜੀਸ਼ਨ ਵਾਲੀਆਂ ਗੱਲਾਂ ਕਰੋ। ਇਸ ਕਰਕੇ ਜਿਹੜੀ ਬੜੇ ਕੇਬਲ ਮਾਫੀਆ ਨਾ ਕਿਹਾ ਜਾਏ, ਤੁਸੀਂ ਇਹ ਕਹਿ ਰਹੇ ਹੋ। ਵਲਟੋਹਾ ਜੀ, ਸ਼ੁਕਰੀਆ ਖੈਰ ਫਿਲਹਾਲ ਸਾਡੇ ਨਾਲ ਜੁੜਨ ਦੇ ਲਈ। ਤਾਂ ਵਿਰਸਾ ਸਿੰਘ ਵਲਟੋਹਾ ਅਕਾਲੀ ਦਲ ਤੋਂ ਸਾਡੇ ਨਾਲ ਜੁੜੇ ਹੋ, ਕਹਿ ਰਹੇ ਨੇ ਕਿ ਹਰ ਚੀਜ਼ ਨੂੰ ਮਾਫੀਆ ਕਹਿਣਾ ਬੰਦ ਕਰੋ। ਜੇ ਜੋ ਟਰਾਏ ਦੇ ਨਿਯਮ ਨੇ, ਜੇ ਉਹਨਾਂ ਦੀ ਉਲੰਘਣਾ ਹੁੰਦੀ ਹੈ ਤਾਂ ਕਾਰਵਾਈ ਕਰੋ, ਤੁਹਾਡੀ ਸਰਕਾਰ ਹੈ।